ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪਰ ਕਾਸ਼ਕ। ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ, ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬਹੁ। ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ, ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜੈ ਡਿਠੇ ਮਨ ਧੀਰੀਐ, ਕਿਲ ਵਿਖ ਵੰਜਨ ਦੂਰੇ। ਸੋ ਕਿਉ ਵਿਸਰੈ ਮਾਉ ਮੈਂ, ਜੋ ਰਹਾ ਭਰਪੂਰੇ। ਸੋ ਕਿਉ ਵਿਸਰੈ ਮਾਉ ਮੈਂ, ਜੋ ਰਹਾ ਭਰਪੂਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹ ਵਾਹ। ਖਰਿਓ ਦੂਰ ਕਰ ਜੋਰ ਪਿਰਾਣਾ, ਸਕਤ ਦਿਖਾਵਨ ਹੇਤੁ ਬਖਾਣਾ। ਪਰਮ ਸਨਮਾਨ ਆਵਰ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी चौड़ी च पिया है। और इस नवें दिन दी जो नवें जन्म समान है, इस शाम अजीजुल नवाज गनीमुल खराज पातशाह साहिब गुरु गोबिंद सिंह महाराज जी दे मुबारक चरण कमलों की खाक दे नामकरण का सुभाग बनया। सोदर दे कीर्तन रहरास आरती अरदासां ते फिर महाराज दे हुक्मनामे आपने चौड़ी च पवाए हैं। कुछ समा होर चल रही लड़ीवार
ਗੁਰੂ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਬਿਰਤਾਂਤ, ਚੰਦੂ ਦਾ ਜ਼ੁਲਮੋ ਸਿਤਮ ਦੀ ਇੰਤਹਾ, ਤੇ ਸਤਿਗੁਰੂ ਜੀ ਦੀ ਸਹਿਜ ਦੀ ਇੰਤਹਾ, ਇਸ ਨੂੰ ਮਿਲ ਕੇ ਵਿਚਾਰ ਸਕੀਏ, ਇਕਾਗਰਤਾ ਬਣ ਸਕੇ। ਇਸ ਲਈ ਪਹਿਲੇ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜੋ, ਨੇਤਰ ਬੰਦ ਕਰੋ ਤੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਸਰਵਣ ਕੀਤਾ ਕਿ ਜਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਬਲਦੀ ਹੋਈ ਦੇਗ ਵਿੱਚ ਬੈਠੇ ਨੇ, ਤਦ ਭਾਈ ਪਿਰਾਣਾ ਜੀ ਦਾ ਹਿਰਦਾ ਸਹਾਰ ਨਹੀਂ ਸਕਿਆ। ਸਾਈਂ ਮੀਆਂ ਮੀਰ ਦਾ ਹਿਰਦਾ ਸਹਾਰ ਨਹੀਂ ਸਕਿਆ, ਕਿਉਂਕਿ ਇਤਨੀ ਵੱਡੀ ਗੁਰੂ ਸ਼ਕਤੀ 'ਤੇ ਜਦ ਕੋਈ ਜ਼ੁਲਮ ਕਰਦਾ ਹੈ ਤੇ ਰੱਬੀ ਹਿਰਦੇ ਉਸ ਨੂੰ ਪ੍ਰਵਾਨ ਨਹੀਂ ਕਰਦੇ। ਇਹ ਸਜ਼ਾ ਦੀ ਵੀ ਇੰਤਹਾ ਹੈ ਤੇ ਰਜ਼ਾ ਦੀ ਵੀ ਇੰਤਹਾ ਹੈ। ਇਸ ਤਰ੍ਹਾਂ ਦੀ ਸਜ਼ਾ ਵੀ ਸ਼ਾਇਦ ਕਿਸੇ ਨੂੰ ਨਾ ਮਿਲੀ ਹੋਵੇ ਤੇ ਇਸ ਤਰ੍ਹਾਂ ਦੀ ਰਜ਼ਾ ਵਿੱਚ ਵੀ ਕੋਈ ਨਹੀਂ ਰਿਹਾ ਹੋਵੇਗਾ। ਸਜ਼ਾ ਇੱਕ ਪਾਸੇ ਤੇ ਰਜ਼ਾ ਇੱਕ ਪਾਸੇ। ਮਹਾਰਾਜ ਜੀ ਦੇ ਸਿੱਖ ਭਾਈ ਪਿਰਾਣਾ ਜੀ ਨੇ ਦਸਤਬਸਤਾ ਗੁਜ਼ਾਰਿਸ਼ ਕੀਤੀ, ਆਖਿਆ ਮਹਾਰਾਜ ਮੇਰੇ ਕੋਲੋਂ ਸਹਿਨ ਨਹੀਂ ਹੁੰਦਾ। ਨੇੜੇ ਆਉਣਾ ਚਾਹਿਆ ਤੇ ਦਰੋਗੇ ਨੇ 5-7 ਲਾਠੀਆਂ ਦਾ ਉਸ 'ਤੇ ਪ੍ਰਹਾਰ ਕੀਤਾ। ਮਹਾਰਾਜ ਕਹਿਣ ਲੱਗੇ ਤੁਸੀਂ ਉੱਥੇ ਹੀ ਖੜੇ ਰਹੋ। ਸਤਿਗੁਰ ਕਹਿਓ ਨਾ ਆਵੋ ਤੀਰ, ਪਰੇ ਦੁਸ਼ਟ ਜ਼ਰ ਖਾਰੈ ਨੀਰ। ਦੁਸ਼ਟ ਦੀ ਜੜ ਖਾਰੇ ਪਾਣੀ ਵਿੱਚ ਪੈ ਕੇ ਉਬਲ ਰਹੀ ਹੈ, ਭਾਵ ਇਹਦਾ ਨਾਸ਼ ਹੋ ਰਿਹਾ। ਜਦੋਂ ਕੋਈ ਸੋਚਦਾ ਹੈ ਬਈ ਮੈਂ ਦੂਜੇ ਦਾ ਨਾਸ਼ ਕਰਦਾ, ਅਸਲ 'ਚ ਉਹ ਆਪਣਾ ਹੀ ਨਾਸ਼ ਕਰ ਰਿਹਾ ਹੁੰਦਾ। ਹਮ ਤੇ ਤਜੈ ਆਪਣੋ ਪ੍ਰਾਨ, ਲਿਹੋ ਸਾਸਨਾ ਤੁਮ ਕਿਉ ਆਣ। ਅਸੀਂ ਤਾਂ ਆਪਣੇ ਪ੍ਰਾਣ ਦੇਣ ਵਾਸਤੇ ਆਏ ਹੋਏ। ਇਹ ਮਹਾਰਾਜ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਬਈ ਸੀਸ ਹੈ ਲੱਗਣਾ, ਇਹ ਨਿਸ਼ਚਾ ਹੈ ਆਇਆ। ਮਹਾਰਾਜ ਪਹਿਲੇ ਤਿਆਰੀ ਨਾਲ ਹੀ ਚੱਲੇ ਹਨ। ਅਗਲੀ ਅੰਮ੍ਰਿਤ ਕਥਾ ਸਰਵਣ ਕਰੀਏ ਪੇਸ਼ਤਰ। ਜਿਤਨੇ ਬੈਠੇ ਹੋ, ਭਾਵੇਂ ਬਹੁਤ ਮਾਮੂਲੀ ਗਿਣਤੀ 'ਚ ਆਪ ਬੈਠੇ ਹੋ, ਪਰ ਇੱਕ ਵਾਰੀ ਸਾਰਾ ਬਦ ਲਗਾ ਕੇ ਤੁਹਾਡੀ ਆਵਾਜ਼ ਤਿੰਨਾਂ ਲੋਕਾਂ ਤੱਕ ਪਹੁੰਚ ਜਾਏ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ, ਖਰਿਓ ਦੂਰ ਕਰ ਜੋਰ ਪਿਰਾਣਾ। ਸਾਹਿਬ ਜੀ ਦੀ ਆਗਿਆ ਮੰਨ ਕੇ ਨਾ, ਇਹ ਵੀ ਬੜੀ ਵੱਡੀ ਬੰਦਗੀ ਹੈ ਗੁਰੂ ਦੀ ਆਗਿਆ ਮੰਨਣੀ। ਕਈ ਦਫਾ ਅਸੀਂ ਸੋਚਦੇ ਹਾਂ ਬਈ ਇਹ ਕੰਮ ਤਾਂ ਗੁਰੂ ਦਾ ਹੀ ਹੈ। ਜੇ ਗੁਰੂ ਦਾ ਕੰਮ ਵੀ ਹੈ ਤੇ ਗੁਰੂ ਦੀ ਆਗਿਆ ਅਨੁਸਾਰ ਕਰਨਾ, ਇਹ ਨਹੀਂ ਵੀ ਆਗਿਆ ਤੋਂ ਬਾਹਰ ਕਰਨਾ। ਬੱਚਾ ਪਿਤਾ ਦੀ ਸੇਵਾ ਕਰ ਰਿਹਾ ਹੋਵੇ ਤੇ ਪਿਤਾ ਦਾ ਸਿਰ ਦੁਖ ਰਿਹਾ ਹੋਵੇ ਤੇ ਪਿਤਾ ਆਖੇ ਬਈ ਪੁੱਤਰ ਮੇਰਾ ਸਿਰ ਦਬਾ ਦੇ,
ਤੇ ਅਸੀਂ ਆਖੀਏ ਨਹੀਂ ਮੈਂ ਤਾਂ ਚਰਨ ਹੀ ਦਬਾਉਣੇ ਨੇ, ਉਹ ਕਹੇ ਨਹੀਂ ਚਰਨ ਤਾਂ ਮੇਰੇ ਠੀਕ ਨੇ, ਸਿਰ ਦੁਖ ਰਿਹਾ ਸਿਰ ਦਬਾ, ਤੇ ਅਸੀਂ ਜਿੱਦ ਤੇ ਰਹੀਏ ਬਈ ਨਹੀਂ ਮੈਂ ਤਾਂ ਚਰਨਾਂ ਨੂੰ ਹੀ ਸਪਰਸ਼ ਕਰਨਾ, ਤੇ ਪਿਤਾ ਪੈਰ ਵੀ ਛੁਡਵਾ ਲਏਗਾ, ਆਖੇਗਾ ਜਾ ਫਿਰ ਤੇਰੀ ਮਰਜ਼ੀ ਹੈ ਕਰ ਨਾ ਕਰ। ਸਤਿਗੁਰੂ ਜੀ ਦੀ ਸੇਵਾ ਕਰਨੀ, ਸਿਮਰਨ ਕਰਨਾ, ਗੁਰੂ ਦੀ ਆਗਿਆ ਅਨੁਸਾਰ ਕਰਨਾ। ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਹੀ ਕਰਦੇ ਰਹੀਏ, ਆਪਣੀ ਮਰਜ਼ੀ ਨਾਲ ਕੀਤਾ ਹੋਇਆ ਫਲੀਭੂਤ ਨਹੀਂ ਆਉਂਦਾ। ਇਸ ਲਈ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਖਰਿਓ ਦੂਰ ਕਰ ਜੋਰ ਪਿਰਾਣਾ। ਜਿਤਨਾ ਤਨ ਤੇ ਗੁਰੂ ਅਰਜਨ ਦੇਵ ਮਹਾਰਾਜ ਕਸ਼ਟ ਸਹਿ ਰਹੇ ਨੇ, ਉਤਨਾ ਇਹ ਸਿੱਖ ਆਪਣੇ ਮਨ ਤੇ ਕਸ਼ਟ ਸਹਿ ਰਹੇ, ਆਪਣੇ ਮਨ ਤੇ ਪੀੜਾ ਸਹਿ ਰਹੇ ਹਨ। ਸਕਤ ਦਿਖਾਵਨ ਹੇਤ ਵਖਾਣਾ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੇ ਕਿਰਪਾ ਕਰੋ ਤੇ ਮੈਂ ਇਹਨਾਂ ਨੂੰ ਦਿਖਾਵਾਂ ਸਿੱਖੀ ਦੀ ਸ਼ਕਤੀ ਕੀ ਹੈ, ਸਿੱਖੀ ਦਾ ਬਲ ਕੀ ਹੈ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ। ਜੇ ਮੇਰੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਜੀ ਮੇਰੇ ਕੋਲੋਂ ਦੇਖ ਕੇ ਰਿਹਾ ਨਹੀਂ ਜਾ ਰਿਹਾ। ਅਸੀਂ ਹੁਣ ਸੁਣਦੇ ਪਏ ਆ ਨਾ, ਲੰਬੇ ਅਰਸੇ ਬਾਅਦ, ਸਦੀਆਂ ਬਾਅਦ ਸੁਣਦੇ ਪਏ। 500 ਸਾਲ ਤੋਂ ਜ਼ਿਆਦਾ ਮੈਂ ਅਰਜ਼ ਕਰਾਂ ਹੋ ਗਿਆ ਸੁਣਦੇ ਪਏ, ਤੇ 500 ਸਾਲ ਬਾਅਦ 1606 ਵਿੱਚ ਸ਼ਹੀਦੀ ਹੋਈ। 17ਵੀਂ ਸਦੀ ਲਾ ਲਓ, ਲੰਘ ਗਈ ਸਾਰੀ, 18ਵੀਂ ਲੰਘ ਗਈ, 19ਵੀਂ ਲੰਘ ਗਈ, ਔਰ ਇਸ ਤਰ੍ਹਾਂ 20ਵੀਂ ਜਿਹੜੀ ਹੈ ਪ੍ਰਾਰੰਭ ਹੋ ਗਈ। ਇਤਨੀਆਂ ਸਦੀਆਂ ਬਾਅਦ ਸੁਣਦੇ ਪਏ ਆ, ਤੇ ਸਾਡੇ ਮਨ 'ਚ ਵੀ ਆ ਰਿਹਾ ਕਿ ਜੇ ਦੌੜ ਕੇ ਚੰਦੂ ਸਾਹਮਣੇ ਦਿਖੇ ਤੇ ਗਰਦਨੋਂ ਫੜ ਲਈ, ਭਾਵੇਂ ਆਪਣੇ ਪ੍ਰਾਣ ਚਲੇ ਜਾਣ। ਮਨ ਵਿੱਚ ਜਿਹੜਾ ਨਾ ਤੈਸ ਆ ਜਾਂਦਾ, ਮਨ ਜਿਹੜਾ ਤਲਖੀ 'ਚ ਆ ਜਾਂਦਾ। ਤੇ ਜਿਹੜੇ ਸਿੱਖਾਂ ਨੇ ਸਾਹਮਣੇ ਦੇਖਿਆ ਹੋਵੇਗਾ, ਉਹਨਾਂ ਦੇ ਮਨ ਨੂੰ ਕਿੰਨਾ ਕਸ਼ਟ ਪਹੁੰਚਿਆ ਹੋਵੇਗਾ। ਨਾ ਕਹਿ ਸਕਦੇ ਨੇ, ਨਾ ਰਹਿ ਸਕਦੇ ਨੇ, ਨਾ ਸਹਿ ਸਕਦੇ। ਇਸ ਲਈ ਬੇਨਤੀ ਕੀਤੀ ਮਹਾਰਾਜ ਮੈਂ ਸਿੱਖੀ ਦੀ ਸ਼ਕਤੀ ਇਹਨਾਂ ਨੂੰ ਦਿਖਾਵਾਂ। ਰਾਵਰ ਕੋ ਏਤਕ ਦੁਖ ਹੋਤੇ। ਮਹਾਰਾਜ ਆਪ ਜੀ ਦੇ ਸਰੀਰ ਤੇ, ਕਿਉਂਕਿ ਇਹਨਾਂ ਨੇ ਮਹਾਰਾਜ ਜੀ ਦਾ ਉਹ ਸਰੂਪ ਦੇਖਿਆ ਜਦ ਸਿੱਖ ਚਰਨਾਂ ਥੱਲੇ ਪਲਕਾਂ ਵਿਛਾਉਂਦੇ, ਨੇਤਰਾਂ ਦੀਆਂ ਪਲਕਾਂ ਵਿਛਾਉਂਦੇ, ਮਖਮਲੀ ਸਿੰਘਾਸਣਾਂ ਤੇ ਬੈਠਦੇ ਹੋਏ ਦੇਖਿਆ, ਚਰਨਾਂ ਨੂੰ ਸੰਗਤਾਂ ਦੁਆਰਾ ਚੁੰਮਦੇ ਹੋਏ ਦੇਖਿਆ। ਤੇ ਹੁਣ ਉਹੀ ਸਰੀਰ ਇੰਨਾ ਕਸ਼ਟ ਸਹਿ ਰਿਹਾ ਤਾਂ ਦੇਖਿਆ ਨਹੀਂ ਜਾ ਰਿਹਾ। ਤੜਪ ਰਹੇ ਹਨ ਹਿਰਦੇ। ਮਹਾਰਾਜ ਸੱਚੇ ਪਾਤਸ਼ਾਹ ਇਤਨਾ ਦੁੱਖ ਸਹਿੰਦੇ ਹੋਏ ਅਸੀਂ ਤੁਹਾਨੂੰ ਦੇਖਿਆ ਨਹੀਂ ਹੈ। ਦਿੱਲੀ ਲਵਪੁਰ ਨਗਰ ਵਿਸਾਲੇ। ਇਹ ਜਿਹੜੇ ਦੋ ਵੱਡੇ ਵੱਡੇ ਨਗਰ ਨੇ ਨਾ, ਦਿੱਲੀ ਤੇ ਲਾਹੌਰ, ਅਬਲੇ ਵੋ ਨਿਜ ਹੱਥ ਉਠਾਲੇ। ਮਹਾਰਾਜ ਮੈਨੂੰ ਆਗਿਆ ਕਰੋ ਤੇ ਮੈਂ ਦੋਹਾਂ ਨੂੰ ਦੋਹਾਂ ਹੱਥਾਂ ਤੇ ਚੁੱਕ ਲਵਾਂ, ਔਰ ਇਸ ਢੰਗ ਦੇ ਨਾਲ ਦੋਹਨ ਪਿਰਾਵੋ ਜਿਉ ਕਰ ਤਾਰੀ। ਤੇ ਮਹਾਰਾਜ ਦੋਹਾਂ ਨੂੰ ਇਸ ਤਰ੍ਹਾਂ ਪਕੜ ਕੇ ਟਕਰਾ ਦੇਵਾਂ ਜਿਵੇਂ ਕੋਈ ਦੋ ਹੱਥ ਨਾਲ ਤਾੜੀ ਵਜਾਉਂਦਾ, ਤਾਲੀ ਵਜਾਉਂਦਾ। ਇਸ ਤਰ੍ਹਾਂ ਮੈਂ ਇਹਨਾਂ ਦੋਹਾਂ ਸ਼ਹਿਰਾਂ ਨੂੰ, ਦਿੱਲੀ ਨੂੰ ਤੇ ਲਾਹੌਰ ਨੂੰ, ਕਿਉਂਕਿ ਦਿੱਲੀ ਇਸ ਲਈ ਕਿ ਜਹਾਂਗੀਰ ਦਿੱਲੀ ਦਾ ਬਾਦਸ਼ਾਹ ਹੈ, ਤੇ ਲਾਹੌਰ ਇਸ ਲਈ ਕਿ ਲਾਹੌਰ ਵਿੱਚ ਦੀਵਾਨ ਚੰਦੂ ਇਹ ਜ਼ੁਲਮ ਢਾਂਦਾ ਪਿਆ। ਪਰ ਸਤਿਗੁਰੂ ਇਸ ਵਿਚਾਰ ਨਾਲ ਕਦੀ ਸਹਿਮਤ ਨਹੀਂ ਹੁੰਦੇ, ਕਿਉਂਕਿ ਇਕੱਲਾ ਜਹਾਂਗੀਰ ਹੀ ਨਹੀਂ ਹੈ, ਬੜੇ ਸਿੱਖ ਵੀ ਨੇ, ਬੜੇ ਸ਼ਰਧਾਲੂ ਵੀ ਨੇ, ਬੜੇ ਅਣਜਾਣ ਤੇ ਮਾਸੂਮ ਲੋਕ ਵੀ ਦਿੱਲੀ 'ਚ ਹੈ। ਇਸ ਤਰ੍ਹਾਂ ਲਾਹੌਰ ਵਿੱਚ ਵੀ ਹਨ। ਹਾਂਜੀ, ਦਿਓ ਨਾ ਸਿਕਰ ਲਗਹਿ ਨ ਬਾਰੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਇੱਕ ਪਲ ਵਿੱਚ ਦੋਹਾਂ ਇਹਨਾਂ ਜ਼ੁਲਮ ਕਰਨ ਵਾਲੇ ਸ਼ਹਿਰਾਂ ਨੂੰ ਨੇਸ ਤੋਂ ਨਾਬੂਦ ਕਰ ਦੇ, ਤੇ ਬਿਲਕੁਲ ਇੱਕ ਪਲ ਜਿਤਨਾ ਵੀ ਸਮਾਂ ਨਹੀਂ ਲੱਗੇਗਾ। ਕਿਉਂ ਇਤਨੇ ਦੁਖ ਸਹੋ ਗੁਸਾਈ। ਸੱਚੇ ਪਾਤਸ਼ਾਹ ਆਪ ਕਿਉਂ ਇੰਨੇ ਦੁੱਖ
हे ਜਗਤ ਦੇ ਮਾਲਕ ਆਪਣੇ ਤਨ ਤੇ ਸਹਿ ਰਹੇ ਹੋ। ਦੇਹੋ ਸਾਰਤ ਮੁਖ ਕਹੋ ਨਾ ਕਾਈ। ਮਹਾਰਾਜ ਰਸਨਾ ਤੋਂ ਵੀ ਨਾ ਬੋਲੋ, ਬਸ ਇਸ਼ਾਰਾ ਕਰ ਦਿਓ ਤੇ ਮੈਂ ਦੋਵਾਂ ਸ਼ਹਿਰਾਂ ਨੂੰ ਇੱਕ ਪਲ ਵਿੱਚ ਨੇਸਤੋ ਨਾਬੂਦ ਕਰ ਦੇਵਾਂ। ਸੁਨ ਸਤ ਗੁਰ ਕਹਿ ਕਿਹਤੇ ਪਾਈ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਭਾਈ ਪਿਰਾਣਾ ਜੀ, ਐਨਾ ਬਲ, ਐਨੀ ਸ਼ਕਤੀ ਸਮਰੱਥਾ ਕਿਸ ਤੋਂ ਪ੍ਰਾਪਤ ਹੋਈ ਹੈ? ਜੇ ਚਾਹਤ ਅਬ ਸਕਤ ਦਿਖਾਈ। ਜਿਹੜੀ ਸ਼ਕਤੀ ਹੁਣ ਦਿਖਾਣੀ ਚਾਹੁੰਦੇ ਹੋ ਉਹ ਮਿਲੀ ਕਿੱਥੋਂ ਹੈਗੀ ਹੈ? ਸੁਨ ਹੋ ਗੁਰੂ ਕਰ ਸੇਵ ਤੁਮਾਰੀ। ਭਾਈ ਪਿਰਾਣਾ ਜੀ ਨੇ ਹੱਥ ਜੋੜੇ, ਨੇਤਰਾਂ ਵਿੱਚ ਮੋਟੇ-ਮੋਟੇ ਆਂਸੂ ਸਨ ਤੇ ਕਿਹਾ, ਸੱਚੇ ਪਾਤਸ਼ਾਹ, ਹੋਰ ਕਿਤੋਂ ਨਹੀਂ, ਇਹ ਸਮਰੱਥਾ, ਇਹ ਮਾਣ ਸਨਮਾਨ, ਇਹ ਬਲਸ਼ਾਲੀ ਅਵਸਥਾ ਤੁਹਾਡੀ ਸੇਵਾ ਚੋਂ ਪ੍ਰਾਪਤ ਹੋਈ ਹੈ। ਭਇਓ ਕਿਰਪਾ ਤੇ ਪਰਾਕਰਮ ਭਾਰੀ। ਮਹਾਰਾਜ ਤੁਹਾਡੀ ਕਿਰਪਾ ਨਾਲ ਇਹ ਵੱਡਾ ਬਲ ਪਰਾਕਰਮ ਮੈਨੂੰ ਪ੍ਰਾਪਤ ਹੋਇਆ ਹੈ। ਚੰਦੂ ਦੁਸ਼ਟ ਮੂਡ ਕਿਆ ਹੈ। ਮਹਾਰਾਜ ਚੰਦੂ ਮੂਰਖ ਦੁਸ਼ਟ ਚੀਜ਼ ਹੀ ਕੀ ਹੈ? ਇੰਨਾ ਬਲ ਤੁਸੀਂ ਮੈਨੂੰ ਦਿੱਤਾ ਹੋਇਆ ਹੈ ਕਿ ਨਾਸੋਂ ਤੁਰਕ ਨਾਮ ਨਹਿ ਰਹਿ। ਮਹਾਰਾਜ ਜਿੱਥੇ ਜਿੱਥੇ ਦੁਨੀਆ ਵਿੱਚ ਉਹ ਜੇ ਜ਼ਾਲਮ ਤੁਰਕ ਨੇ, ਜਹਾਂਗੀਰ ਵਰਗੇ, ਉਹ ਸਾਰਿਆਂ ਨੂੰ ਚੁਣ ਕੇ ਇੱਕ ਪਲ ਵਿੱਚ ਨਾਸ਼ ਕਰ ਸਕਦਾ ਹਾਂ। ਜਿਨ ਕੇ ਰਾਜ ਮਹਾ ਅਨਿਆਏ। ਕਿਉਂਕਿ ਇਹਨਾਂ ਦੇ ਸੱਤਾ ਦੇ ਸਮੇਂ, ਇਹਨਾਂ ਦੇ ਰਾਜ ਦੇ ਸਮੇਂ ਵੱਡਾ ਅਨਿਆਂ ਹੁੰਦਾ ਪਿਆ। ਅਗਰ ਕੋਈ ਬਾਦਸ਼ਾਹ ਆਪਣੀ ਸੱਤਾ ਕਾਇਮ ਰੱਖਣੀ ਚਾਹੇ ਨਾ, ਜਿਵੇਂ ਖੇਤੀ ਨੂੰ ਪਾਣੀ ਜ਼ਰੂਰੀ ਹੈ ਨਾ, ਉਹ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ, ਇਸ ਤਰ੍ਹਾਂ ਬਾਦਸ਼ਾਹਤ, ਸਿੰਘਾਸਣ, ਤਾਜ, ਤਖਤ, ਇਸ ਨੂੰ ਨਿਆਂ ਦੀ ਸ਼ਕਤੀ ਚਾਹੀਦੀ ਹੈ, ਇਸ ਨੂੰ ਅਦਲ ਦੀ ਤਾਕਤ ਚਾਹੀਦੀ ਹੈ। ਜੇ ਉਹ ਨਾ ਹੋਵੇ, ਜਸਟਿਸ ਨਾ ਹੋਵੇ, ਤਾਂ ਫਿਰ ਸਿੰਘਾਸਣ ਆਪੇ ਹੀ ਡੋਲ ਜਾਂਦੇ ਆ, ਸੱਤਾ ਆਪੇ ਹੀ ਖਤਮ ਹੋ ਜਾਂਦੀ ਹੈ। ਇਹ ਸੱਤਾ ਦਾ ਸ਼ਜ਼ਰ ਸੁੱਕ ਜਾਂਦਾ ਹੈ। ਤੁਮ ਸਮ ਕੋ ਅਸ ਹੋਤ ਸਜਾਏ। ਸੱਚੇ ਪਾਤਸ਼ਾਹ, ਮਹਾ ਅਨਿਆਂ ਹੁੰਦਾ ਪਿਆ। ਤੁਹਾਡੇ ਵਰਗਿਆਂ ਨੂੰ ਨਿਰਮਲ ਪਾਵਨ ਕਰੋੜਾਂ ਹਿਰਦਿਆਂ ਨੂੰ ਤੁਸੀਂ ਕਰ ਦਿੱਤਾ। ਸਾਰੇ ਅਨੰਤ ਬ੍ਰਹਿਮੰਡਾਂ ਦੀ ਨਿਰਮਲਤਾ ਤੁਹਾਡੇ ਚਰਨਾਂ 'ਚ ਵਸਦੀ ਹੈ। ਤੁਹਾਡੇ ਵਰਗਿਆਂ ਤੇ ਜਿੱਥੇ ਅਨਿਆਂ ਹੁੰਦਾ ਉਹ ਸੱਤਾ ਖਤਮ ਹੋਣੀ ਚਾਹੀਦੀ ਹੈ। ਗੁਰੂ ਕਹਿਓ ਜਿਨ ਕੀ ਕਰ ਸੇਵਾ। ਮਹਾਰਾਜ ਕਹਿਣ ਲੱਗੇ, ਭਾਈ ਪਿਰਾਣਾ ਜੀ, ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਇਹ ਬਲ ਮਿਲਿਆ, ਇਹ ਸ਼ਕਤੀ ਮਿਲੀ ਹੈ, ਇਹ ਸਮਰੱਥ ਪ੍ਰਾਪਤ ਹੋਇਆ ਹੈ। ਲਈ ਸਕਤ ਧਾਰਤ ਅਹੰ ਮੇਵਾ। ਔਰ ਇਸ ਤਰ੍ਹਾਂ ਦੇ ਨਾਲ ਲਈ ਸਕਤ ਧਾਰਤ ਅਹੰ ਮੇਵਾ। ਤੇ ਫਿਰ ਉਹਨਾਂ ਦੀ ਸੇਵਾ ਕਰਕੇ ਤੂੰ ਸਤਿਗੁਰੂ ਦੀ ਸੇਵਾ ਕਰਕੇ ਲਈ ਹੈ, ਤੇ ਫਿਰ ਤੂੰ ਸ਼ਕਤੀ ਪਾ ਕੇ ਹੰਕਾਰ ਕਰਦਾ ਪਿਆ, ਮੇਰੇ 'ਚ ਬੜੀ ਸ਼ਕਤੀ ਹੈ। ਤਿਨ ਮੋਹ ਸਕਤ ਹੈ ਕੈ ਨਾਹੀ। ਤੇ ਦੂਜੀ ਗੱਲ ਇਹ ਵੀ ਦੱਸੋ ਭਾਈ ਪਿਰਾਣਾ ਜੀ, ਵੀ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲੀ ਹੈ, ਤੁਹਾਨੂੰ ਬਲ ਮਿਲਿਆ, ਇਤਨਾ ਵੱਡਾ ਸਮਰੱਥ ਪ੍ਰਾਪਤ ਹੋਇਆ, ਉਹਨਾਂ ਵਿੱਚ ਭਾਵ ਗੁਰੂ 'ਚ ਸ਼ਕਤੀ ਹੈ ਕਿ ਨਹੀਂ ਹੈ? ਕਿਮ ਜਾਣਤ ਆਪਣੇ ਮਨ ਮਾਹੀ। ਔਰ ਦੱਸ ਤੂੰ ਕੀ ਸਮਝਦਾ ਹੈ ਆਪਣੇ ਮਨ ਵਿੱਚ, ਬਈ ਗੁਰੂ ਵਿੱਚ ਸ਼ਕਤੀ ਨਹੀਂ ਹੈ? ਜੇ ਗੁਰੂ ਦੀ ਸੇਵਾ ਕਰਕੇ ਤੈਨੂੰ ਸ਼ਕਤੀ ਮਿਲੀ ਹੈ ਤਾਂ ਫਿਰ ਗੁਰੂ 'ਚ ਸ਼ਕਤੀ ਨਹੀਂ ਹੈਗੀ। ਹਾਂਜੀ, ਜੇ ਜਾਣਤ ਤੂੰ ਸਨ ਕਰ ਰਹੋ। ਜੇ ਤੈਨੂੰ ਪਤਾ ਹੈ ਬਈ ਜਿਹੜੀ ਸ਼ਕਤੀ ਤੈਨੂੰ ਗੁਰੂ ਦੀ ਸੇਵਾ 'ਚੋਂ ਮਿਲੀ ਹੈ, ਉਸ ਗੁਰੂ ਵਿੱਚ ਵੀ ਸ਼ਕਤੀ ਹੈ, ਤੇ ਫਿਰ ਖਾਮੋਸ਼ ਰਹਿ। ਇਹ ਸਾਰਾ ਆਪਣੇ ਤਨ ਤੇ ਮਨ ਤੇ ਸਾਨੂੰ ਸਹਿਣ ਦੇ। ਬੈਠੇ ਭਿਖੋ ਨਹੀਂ ਕੁਛ ਕਹੋ। ਤੁਸੀਂ ਸਾਰਾ ਇਹ ਜਿਹੜਾ ਜਗਤ ਤਮਾਸ਼ਾ ਹੈ, ਮਹਾਰਾਜ ਕਹਿੰਦੇ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਬਾਜੀਗਰ ਡੰਕ ਬਜਾਈ, ਸਭ ਖੇਲ ਤਮਾਸ਼ੇ ਆਈ।
ਆਵਣ ਜਾਨ ਇੱਕ ਖੇਲ ਬਨਾਇਆ। ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ। ਜੋ ਕਿਸ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ। ਤੁਸੀਂ ਇਹ ਆਨੰਦ ਨਾਲ ਇਹ ਖੇਲ ਦੇਖਣਾ ਕਰੋ। ਨਾਹੇ ਤਾਂ ਛੂ ਛੋ ਹੀ ਗਹਿ ਜੈ। ਔਰ ਨਹੀਂ ਤਾਂ ਫਿਰ ਹਿਰਦਾ ਉਸ ਸ਼ਕਤੀ ਤੋਂ, ਉਸ ਰਸ ਤੋਂ ਖਾਲੀ ਰਹਿ ਜਾਏਗਾ। ਹੋਏ ਸਕਤ ਕੋ ਪੁਨ ਪਛੁਤੈ। ਇਹ ਬਲ ਚਲਾ ਜਾਏਗਾ ਤੇ ਫਿਰ ਪਛਤਾਪ ਰਹਿ ਜਾਏਗਾ। ਹਮਨੇ ਇਮ ਹੀ ਕਾਰਨ ਕਰਨਾ। ਅਸੀਂ ਤਾਂ ਇਸ ਤਰ੍ਹਾਂ ਹੀ ਆਪਣੇ ਤਨ ਤੇ ਕਸ਼ਟ ਸਹਿਣ ਕਰਨਾ ਹੈ। ਤੂੰ ਨਹਿ ਲਖੈ ਏਵ ਆਚਰਨਾ। ਇਸ ਆਚਰਨ ਨੂੰ ਤੂੰ ਨਹੀਂ ਸਮਝ ਰਿਹਾ। ਮਹਾਰਾਜ ਇਸ ਤਰ੍ਹਾਂ ਕਹਿੰਦੇ ਹਨ, ਪਰਮ ਬਿਸੂਰਤ ਤੂੰ ਸਨ ਹੋਵਾ। ਹੈ ਤੇ ਬੜਾ ਉਦਾਸ ਪਰੇਸ਼ਾਨ, ਬੜਾ ਝੂਰਦਾ ਪਿਆ ਬਈ ਹੁੰਦਾ ਕੀ ਪਿਆ। ਸ਼ਕਤੀ ਮੇਰੇ ਕੋਲ ਹੈ ਤੇ ਮਹਾਰਾਜ ਕਰਨ ਨਹੀਂ, ਵਰਤਣ ਨਹੀਂ ਦੇ ਰਹੇ। ਪਰ ਖਾਮੋਸ਼ ਹੋ ਕੇ ਵੀ ਰਜ਼ਾ ਵਿੱਚ ਆ ਰਿਹਾ ਹੈ। ਨੀਚ ਗਰੀਬ ਕਰ ਊਚ ਨ ਜੋਵਾ। ਇਸਨੇ ਆਪਣੀ ਗਰਦਨ ਥੱਲੇ ਕੀਤੀ ਹੋਈ ਹੈ ਤੇ ਉੱਚਾ ਨਹੀਂ ਦੇਖ ਰਹੇ। ਭਾਵ ਜੋ ਮਹਾਰਾਜ ਜੀ ਨੇ ਕਿਹਾ ਉਹਦੇ ਸਾਹਮਣੇ ਇਸਨੇ ਆਪਣਾ ਸੀਸ ਝੁਕਾਇਆ ਹੋਇਆ ਹੈ। ਸਤਿਗੁਰ ਬੈਠੇ ਦੇਗ ਮਝਾਰੀ। ਇੱਕ ਵਾਰੀ ਫਿਰ ਆਖੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਉਬਲਦੀ ਹੋਈ ਦੇਗ ਵਿੱਚ ਬੈਠ ਗਏ ਹਨ। ਤਰੇ ਦੁਸ਼ਟ ਬੋ ਸਮੁਦਾ ਜਾਰੀ। ਤੇ ਥੱਲੇ ਦੁਸ਼ਟਾਂ ਨੇ ਬੜਾ ਬਾਲਣ ਡਾਇਆ ਹੋਇਆ, ਬੜੀ ਅੱਗ ਬਲਦੀ ਪਈ ਹੈ। ਮਹਾਰਾਜ ਜੀ ਦੇ ਸੀਸ ਤੋਂ ਉੱਚੀਆਂ ਦੇਗ ਦੇ ਦੋਹੇ ਪਾਸੇ ਲਪਟਾਂ ਉੱਠ ਰਹੀਆਂ ਹਨ। ਅਗਨ ਧਾਰ ਉਰ ਡਰ ਸਮੁਦਾਊ। ਔਰ ਇਸ ਤਰ੍ਹਾਂ ਦੇ ਨਾਲ ਮਾਨੋ ਅਗਨੀ ਵੀ ਡਰੀ ਹੋਈ। ਜਿਸ ਤਰ੍ਹਾਂ ਮਹਾਰਾਜ ਬੈਠੇ ਨੇ ਦੇਖ ਕੇ ਇੰਝ ਲੱਗਦਾ ਹੈ ਵੀ ਅਗਨੀ ਨੇ ਆਪਣਾ ਸੁਭਾਅ ਬਦਲ ਲਿਆ। ਕਿਉਂਕਿ ਉਬਲਦੀ ਹੋਈ ਦੇਗ ਵਿੱਚ ਭਾਵੇਂ ਸਰੀਰ ਤੇ ਸਾਲੇ ਸਾਲੇ ਹੋ ਗਿਆ, ਪਰ ਮਹਾਰਾਜ ਮੁਸਕਰਾ ਰਹੇ। ਖੇੜਾ ਹੈ, ਆਨੰਦ ਹੈ, ਰਸ ਮਗਨਤਾ ਹੈ। ਉਸ ਨੂੰ ਦੇਖ ਕੇ ਕਿਉਂਕਿ ਸੀ ਵੀ ਨਹੀਂ ਉਚਾਰ ਰਹੇ, ਇਸ ਤਰ੍ਹਾਂ ਲੱਗ ਰਿਹਾ ਹੈ ਕਰਿਓ ਵਿਪਰਜੈ ਆਪਨ ਸੁਭਾਉ। ਬਈ ਮਾਨੋ ਅੱਗ ਠੰਡੀ ਹੋ ਗਈ ਹੈ, ਦੇਗ ਠੰਡੀ ਹੋ ਗਈ ਹੈ ਤੇ ਅੱਗ ਨੇ ਆਪਣਾ ਸੁਭਾਅ ਹੀ ਬਦਲ ਲਿਆ ਹੈ। ਤੇਜ ਛੋਰ ਕਰ ਸੀਤਲ ਹੋਵਾ। ਮਾਨੋ ਅੱਗ ਆਪਣਾ ਤਪਾਉਣ ਵਾਲਾ, ਜਲਾਉਣ ਵਾਲਾ ਸੁਭਾਅ ਛੱਡ ਕੇ ਤੇ ਠੰਡੀ ਹੋ ਗਈ ਹੋਵੇ। ਗੁਰ ਤਨ ਪਾਪ ਤਨਕ ਨਹਿ ਜੋਵਾ। ਜਿਸ ਕਰਕੇ ਇੰਜ ਲੱਗਦਾ ਹੈ ਵੀ ਮਹਾਰਾਜ ਜੀ ਦੇ ਤਨ ਨੂੰ ਕੋਈ ਸੇਖ ਨਹੀਂ ਪਹੁੰਚੇ। ਮਹਾਰਾਜ ਬੈਠੇ ਇਸ ਤਰ੍ਹਾਂ, ਲੋਹ ਤੇ ਵੀ ਇਸ ਤਰ੍ਹਾਂ ਹੀ ਬੈਠੇ, ਰੇਤ ਪਈ ਤਾਂ ਵੀ ਇਸ ਤਰ੍ਹਾਂ ਹੀ ਬੈਠੇ, ਤੇ ਦੇਗ ਵਿੱਚ ਵੀ ਇਸ ਤਰ੍ਹਾਂ ਹੀ ਬੈਠੇ ਹੋਏ ਹਨ। ਦੋਹਰਾ ਕਿਤਕ ਕਾਲ ਬੈਠੇ ਰਹੇ ਪੁਨ ਖਲ ਕਹਿ ਨਿਕਸਾਏ। ਔਰ ਇਸ ਤਰ੍ਹਾਂ ਕੁਝ ਸਮਾਂ ਮਹਾਰਾਜ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਤੇ ਸਾਹਿਬ ਮੁਸਕਰਾਉਂਦੇ ਰਹੇ ਹਨ, ਪ੍ਰਸੰਨਤਾ ਵਿੱਚ ਰਹੇ ਹਨ। ਉਲਾਹਣੋ ਮੈਂ ਕਾਹੂ ਨ ਦਿਓ, ਮਨ ਮੀਠ ਤੁਹਾਰੋ ਕੀਓ। ਪਾਰ ਬ੍ਰਹਮ ਪਰਮੇਸ਼ਰ ਦੀ ਰਜ਼ਾ ਨੂੰ ਸਜਦੇ ਵਿੱਚ ਪ੍ਰਵਾਨ ਕਰ ਰਹੇ ਹਨ। ਗਇਓ ਸਦਨ ਨਿਜ ਮੂਡ ਮਤ ਮਹਿਮਾ ਲਖੀ ਨ ਕਾਏ। ਇਸ ਤਰ੍ਹਾਂ ਕੁਝ ਸਮਾਂ ਦੇਗ ਵਿੱਚ ਉਬਾਲ ਕੇ ਤੇ ਫਿਰ ਬਾਹਰ ਕਢਵਾਇਆ ਤੇ ਫਿਰ ਮੂੜ ਦੀਵਾਨ ਚੰਦੂ ਆਪਣੇ ਮਹਿਲ ਵੱਲ ਚਲਾ ਗਿਆ। ਮਹਾਰਾਜ ਜੀ ਦੀ ਮਹਿਮਾ ਨੂੰ ਨਹੀਂ ਸਮਝਦਾ। ਹਾਂਜੀ, ਬੀਤ ਜਾਮਨੀ ਸੋ ਤਬ ਗਈ। ਇਸ ਤਰ੍ਹਾਂ ਫਿਰ ਰਾਤ ਲੰਘ ਗਈ। ਚੰਦੂ ਨੂੰ ਆਪਣੇ ਘਰ ਗਿਆ ਹੋਇਆ, ਇਧਰ ਮਹਾਰਾਜ ਨੇ ਨਾ ਕੋਈ ਜਲ ਗ੍ਰਹਿਣ ਕੀਤਾ, ਨਾ ਕੋਈ ਭੋਜਨ ਗ੍ਰਹਿਣ ਕੀਤਾ ਤੇ ਨਾ ਬਿਰਾਜੇ, ਜਪ ਵਿੱਚ ਜੁੜੇ ਹੋਏ ਹਨ। ਬੈਠੇ ਗੁਰੂ ਪ੍ਰਭਾਤ ਤਬ ਭਈ। ਔਰ ਇਸ ਤਰ੍ਹਾਂ ਮਹਾਰਾਜ ਬੈਠੇ ਹੋਏ ਹਨ ਰਜ਼ਾ ਵਿੱਚ ਤੇ ਸਵੇਰਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ। ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਉਧਰ ਮਾਸ ਮਦਰਾ ਖਾ ਕੇ ਸੁੱਤਾ ਸੀ ਚੰਦੂ, ਕਿਉਂਕਿ ਜ਼ਾਲਮ ਜਿਹੜਾ ਹੈ ਨਾ, ਉਹ ਜ਼ੁਲਮ ਕਰਕੇ ਫਿਰ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ।
ਉਹਨੂੰ ਫਿਰ ਉਸ ਨੂੰ ਆਪਣੇ ਕੁਕਰਮ ਨੂੰ ਜਾਇਜ਼ ਮੰਨਣ ਲਈ ਨਸ਼ਿਆਂ ਦੀ ਵਰਤੋਂ ਕਰਨੀ ਪੈਂਦੀ, ਵਿਕਾਰੀ ਹੋ ਜਾਂਦਾ। ਮਾਸ ਮਦਰਾ ਖਾ ਕੇ ਸੁੱਤਾ ਸੀ, ਫਿਰ ਜਾਗਿਆ ਤੇ ਫਿਰ ਇਸ ਢੰਗ ਦੇ ਨਾਲ ਸਵੇਰਾ ਹੋਇਆ ਤੇ ਮਨ ਵਿੱਚ ਵਿਚਾਰਨ ਲੱਗ ਪਿਆ। ਅਗਨ ਤਾਪ ਤੇ ਪੀਰ ਨ ਤਨ ਮੈਂ। ਆਖਣ ਲੱਗਾ ਪਤਾ ਨਹੀਂ ਕਾਹਦੇ ਬਣੇ ਹੋਏ ਨੇ, ਦੇਗ ਵਿੱਚ ਉਬਾਲਿਆ ਗਿਆ ਤੇ ਕੋਈ ਪੀੜਾ ਨਹੀਂ ਮਹਿਸੂਸ ਕੀਤੀ। ਹਾਏ ਉਫ ਸੀ, ਕੁਛ ਨਹੀਂ ਆਖਿਆ। ਤਰਾਸ ਪਾਏ ਨਹਿ ਮਾਨੀ ਬਾਤ। ਮੈਂ ਬਹੁਤ ਡਰਾਇਆ ਹੈ ਪਰ ਮੇਰੀ ਗੱਲ ਰਿਸ਼ਤਾ ਲੈਣ ਦੀ ਪ੍ਰਵਾਨ ਨਹੀਂ ਕੀਤੀ। ਨਹਿ ਜਾਣਤ ਮੇਰੋ ਹੋਏ ਘਾਤ। ਪਰ ਇਸ ਤਰ੍ਹਾਂ ਮੈਂ ਬਾਰ-ਬਾਰ ਕਹਿ ਵੀ ਮਾਰ ਦੇਵਾਂਗਾ, ਪ੍ਰਾਣ ਹਾਨ ਕਰ ਦੇਵਾਂਗਾ, ਪਰ ਉਹ ਤੇ ਇਸ ਤਰ੍ਹਾਂ ਨੇ ਜਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਹਿ ਰਿਹਾ ਤੇ ਕੀ ਕਰ ਰਿਹਾ। ਕੋਈ ਡਰ ਨਹੀਂ ਉਹਨਾਂ ਨੂੰ ਪੋ ਰਿਹਾ। ਤਪਤ ਬਾਰ ਕੀ ਲਗੀ ਨਾ ਕੋ। ਤੇ ਫੇਰ ਇੰਝ ਲੱਗਦਾ ਹੈ ਵੀ ਉਹਨਾਂ ਦੇ ਸਰੀਰ ਨੂੰ ਸੇਕ ਕੋਈ ਲੱਗਿਆ ਹੀ ਨਹੀਂ। ਇਸ ਤਰ੍ਹਾਂ ਮੁਸਕਰਾ ਰਹੇ ਹਨ। ਇਹ ਅਦਵਿਤੀਏ ਤੇ ਲਾਸਾਨੀ ਸ਼ਹਾਦਤ ਹੈ ਸਾਧ ਸੰਗਤ। ਤੁਸੀਂ ਦੇਖ ਲਓ, ਇਸ਼ਨਾਨ ਕੋਈ ਕਰਦਾ ਹੋਵੇ ਤੇ ਗਰਮ ਪਾਣੀ ਦੀ ਮਾੜੀ ਜੀ ਵੱਧ ਛਿੱਟ ਪੈ ਜਾਏ, ਚੀਖਾ ਨਿਕਲਦੀ। ਉਬਲਦਾ ਹੋਇਆ ਕਈ ਦਫਾ ਅਸੀਂ ਜਲ ਪਾਣੀ ਛਕਦੇ ਹਾਂ, ਚਾਹ ਆਦਿਕ ਛਕਦਾ ਕੋਈ, ਤੇ ਥੋੜੀ ਜਿਹੀ ਉੱਪਰ ਪੈ ਜਾਏ ਤੇ ਕੀ ਹਾਲ ਬਣਦਾ। ਔਰ ਇਸ ਢੰਗ ਦੇ ਨਾਲ ਬੰਦਾ ਤੜਪਦਾ ਹੈ। ਔਰ ਇਹ ਮਹਾਨ ਅਜ਼ਮਤ ਹੈ ਕਿ ਮਹਾਰਾਜ ਜੀ ਨੇ ਸੀ ਵੀ ਨਹੀਂ ਉਚਾਰੀ। ਇਹ ਬੋਲ ਗੁਰੂ ਗੋਬਿੰਦ ਸਿੰਘ ਜੀ ਦੇ 5ਵੇਂ ਜਾਮੇ ਤੇ ਵੀ ਢੁੱਕਦੇ ਨੇ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ ਪਰ ਸੀ ਨਾ ਉਚਰੀ। ਅੱਗੇ ਸਰਵਣ ਕਰੀਏ। ਤਪਤ ਬਾਰ ਕੀ ਲਗੀ ਨ ਕੋ। ਪਾਣੀ ਦੀ ਕੋਈ ਤਪਸ ਉਹਨਾਂ ਨੂੰ ਸੋਈ ਨਹੀਂ ਹੈ ਲੱਗਦਾ। ਬਾਰੂ ਤਪਤ ਲਗਾਏ ਬਸੋ। ਔਰ ਇਸ ਤਰ੍ਹਾਂ ਦੇ ਨਾਲ ਬੜੇ ਕੀਮਤੀ ਬੋਲ ਆਖੇ ਨੇ ਭਾਈ ਸਾਹਿਬ ਨੇ, ਬਾਰੂ ਤਪਤ ਲਗਾਏ ਵਸੋ। ਬਾਰੂ ਦਾ ਮਤਲਬ ਹੈ ਬਾਲੂ, ਰੇਤਾ। ਹੁਣ ਤਪਦਾ ਹੋਇਆ ਰੇਤਾ ਪਾਵਾਂਗਾ। ਇਮ ਚਿਤਵਤ ਹੀ ਖਾਏ ਆਹਾਰਾ। ਇਸ ਤਰ੍ਹਾਂ ਮਨ ਵਿੱਚ ਸੋਚਦਿਆਂ ਹੋਇਆਂ ਉਬਲਦਾ ਹੋਇਆ ਪਾਣੀ ਅਜ਼ਮਾ ਲਿਆ। ਹੁਣ ਸੜਦਾ ਹੋਇਆ ਰੇਤ ਪਾਉਣ ਦਾ ਮਨ ਬਣਾ ਰਿਹਾ ਤੇ ਨਾਲੇ ਭੋਜਨ ਕਰ ਰਿਹਾ, ਨਾਲੇ ਅੰਦਰੋਂ ਖੁਦ ਵੀ ਸੜ ਰਿਹਾ ਹੈ। ਆਏ ਪਾਤ ਕੀ ਵੱਡ ਹਥਿਆਰਾ। ਔਰ ਇਸ ਤਰ੍ਹਾਂ ਦੇ ਨਾਲ ਰੋਟੀ ਪਾਣੀ ਖਾ ਕੇ ਤੇ ਪਾਪੀ ਜਿਹੜਾ ਹੈ ਪਹੁੰਚਿਆ ਹੈ ਮਹਾਰਾਜ ਦੇ ਕੋਲ। ਪੋਰ ਬਿਖੈ ਸਿੱਖਨ ਕੋ ਹੀਰਾ। ਦਰਵਾਜ਼ੇ ਤੇ ਉਹਨਾਂ 5 ਹੀ ਸਿੱਖਾਂ ਨੂੰ ਬੰਨੇ ਹੋਏ ਰੱਸੀਆਂ ਨਾਲ ਇਸਨੇ ਦੇਖਿਆ ਹੈ। ਠਾਂਡੋ ਹੋਏ ਕਹਿਓ ਤਿਸ ਬੇਰਾ। ਔਰ ਉੱਥੇ ਖਲੋ ਕੇ ਉਸ ਵੇਲੇ, ਹਾਂਜੀ, ਇਹ ਸਿੱਖ ਰੰਕ ਕਹਿਤ ਕਿਆ ਕਾਲੀ। ਇਹ ਗਰੀਬੜੇ ਜੇ ਸਿੱਖ ਕੀ ਕਹੀ ਜਾਂਦੇ ਹਨ। ਕੱਲ ਕੀ ਕਹਿ ਰਹੇ ਸਨ ਤੇ ਹੁਣ ਕੀ ਕਹਿ ਰਹੇ ਹਨ। ਕਰਹੁ ਤਾੜਨਾ ਇਨਹ ਵਿਸਾਲੀ। ਇਹਨਾਂ ਨੂੰ ਚੰਗੀ ਤਰ੍ਹਾਂ ਤਾੜਨਾ ਕਰੋ, ਭਾਵ ਸੋਟੀਆਂ ਆਦਿਕ ਮਾਰੋ ਤੇ ਸਜ਼ਾ ਦੇਵੋ। ਡਰ ਪਾਵਤ ਮੋਹਿ ਅਚਰਜ ਦੇਬਾ। ਔਰ ਇਸ ਤਰ੍ਹਾਂ ਦੇ ਨਾਲ ਮੈਂ ਬੜਾ ਅਚਰਜ ਡਰ ਇਹਨਾਂ ਨੂੰ ਦੇ ਰਿਹਾ ਹਾਂ। ਹਾਂਜੀ, ਡਰ ਪਾਵਤ ਮੋਹਿ ਅਚਰਜ ਦੇਵਾ। ਔਰ ਇਸ ਤਰ੍ਹਾਂ ਦੇ ਨਾਲ ਮੈਂ ਡਰਦੇ ਹੋਏ ਇਹਨਾਂ ਨੂੰ ਦੇਖਣਾ ਚਾਹੁੰਦਾ ਹਾਂ ਤੇ ਅਚਰਜ ਨਾ ਬਿਆਨ ਕਰਨ ਵਾਲਾ ਡਰ ਦੇ ਰਿਹਾ ਹਾਂ। ਛੁੱਟਵੇ ਕਾਰਨ ਕਰਤ ਫਰੇਬਾ। ਇਹ ਜਿਹੜੇ ਮੈਂ ਸਜ਼ਾਵਾਂ ਦੇ ਰਿਹਾ ਉਹਨੂੰ ਉਦੋਂ ਤੋਂ ਛੁੱਟਣ ਵਾਸਤੇ ਫਰੇਬ ਕਰਦੇ ਪਏ ਨੇ। ਪਤਾ ਨਹੀਂ ਕੀ ਬੜਬੜ ਉਹ ਸਿੱਖ ਬਾਣੀ ਪੜ੍ਹ ਰਹੇ ਹੋਵਣਗੇ। ਮੁਸਕਲ ਮੁਝ ਤੇ ਹੋਨ ਖਲਾਸੀ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਕੋਲੋਂ ਬਚਣਾ ਮੁਸ਼ਕਲ ਹੈ, ਆਸਾਨ ਨਹੀਂ ਹੈ। ਮਾਨ ਹੈ ਜੇ ਨਹ ਤੋ ਦੇ ਫਾਸੀ। ਜੇ ਮੇਰੀ ਗੱਲ ਨਹੀਂ ਮੰਨਣਗੇ ਤਾਂ ਫਾਹ ਦੇ ਕੇ ਮਾਰ ਦੇਵਾਂਗਾ। ਇਨ ਜੈਸਨ ਤੇ ਸੁਨ ਗਰਬਾਇਓ। ਇਹਨਾਂ ਵਰਗੇ ਸਿੱਖਾਂ ਜਿਹੜੇ ਗਰੀਬ ਜਿਹੇ ਸਿੱਖ ਨੇ, ਮਾਮੂਲੀ ਲੋਕ ਨੇ,
ਇਹਨਾਂ ਤੋਂ ਆਪਣੀ ਵਡਿਆਈ ਸੁਣ ਸੁਣ ਕੇ ਗੁਰੂ ਅਰਜਨ ਦੇਵ ਜੀ ਬਾਰੇ ਕਹਿ ਰਿਹਾ ਹੈ। ਨਹੀਂ ਮੋਹੇ ਕੋ ਮਨ ਮਹਿ ਲਿਆਇਓ। ਇਹਨਾਂ ਸਿੱਖਾਂ ਨੇ ਐਵੇਂ ਤਾਰੀਫਾਂ ਕੀਤੀਆਂ ਹੋਈਆਂ ਨੇ ਤੇ ਬੜੇ ਹੰਕਾਰ ਵਿੱਚ ਹੈ। ਗੁਰੂ ਅਰਜਨ ਦੇਵ ਜੀ ਬਾਰੇ ਕਹਿ ਰਹੇ, ਲੱਗਦਾ ਮੇਰੇ ਵਰਗੇ ਬਾਰੇ ਇਹਨਾਂ ਸੁਣਿਆ ਨਹੀਂ ਹੈ। ਇਮ ਕੈ ਸੋਟੇ ਕੁਛ ਮਰਵਾਏ। ਇਸ ਤਰ੍ਹਾਂ ਕਹਿ ਕੇ ਸਿੱਖਾਂ ਨੂੰ ਵੀ ਇਸਨੇ ਲਾਠੀਆਂ ਮਰਵਾਈਆਂ ਹਨ। ਰਹੇ ਮੋਨ ਗੁਰ ਤੇ ਡਰ ਪਾਏ। ਉਹ ਪੰਜੇ ਸਿੱਖ ਲਾਠੀਆਂ ਖਾਂਦੇ ਰਹੇ, ਪਰ ਸਤਿਗੁਰੂ ਜੀ ਦੇ ਭੈ ਵਿੱਚ ਅਦਬ ਵਿੱਚ ਖਾਮੋਸ਼ ਰਹੇ, ਬੋਲਿਆ ਕੁਛ ਨਹੀਂ ਕਿ ਕਿਉਂ ਮਾਰਿਆ ਜਾ ਰਿਹਾ ਹੈ। ਨਹੀਂ ਸਕਤ ਕਿਨ ਕੀਨ ਦਿਖਾਵਨ। ਕਿਸੇ ਵੀ ਸਿੱਖ ਨੇ ਕੋਈ ਅੱਗੋਂ ਆਤਮ ਬਲ ਦਿਖਾਇਆ ਨਹੀਂ, ਆਤਮ ਸ਼ਕਤੀ ਜਿਹੜੀ ਹੈ ਉਸ ਨੂੰ ਪ੍ਰਗਟ ਨਹੀਂ ਕੀਤਾ। ਬੈਠ ਰਹੇ ਕਰ ਮਨ ਮੁਰਝਾਵਨ। ਉਹ ਮਹਾਰਾਜ ਜੀ ਦੇ ਭੈ ਵਿੱਚ ਬੈਠੇ ਹੋਏ ਨੇ, ਭਾਵੇਂ ਮਨ ਵਿੱਚ ਤਾਂ ਪਰੇਸ਼ਾਨ ਨੇ, ਪਰ ਸਤਿਗੁਰੂ ਜੀ ਦੇ ਅਦਬ ਵਿੱਚ ਬੈਠੇ ਹੋਏ ਹਨ। ਉਹ ਨਿਗਮਨਿਓ ਸਤਿਗੁਰ ਕੇ ਪਾਸ। ਫਿਰ ਇਹ ਜਿਹੜਾ ਦੀਵਾਨ ਚੰਦੂ ਹੈ, ਸਿੱਖਾਂ ਨੂੰ ਸੋਟੀਆਂ ਮਰਵਾ ਕੇ, ਲਾਠੀਆਂ ਮਰਵਾ ਕੇ, ਕੁਟਵਾ ਕੇ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਪਹੁੰਚਿਆ ਹੈ, ਬੜੇ ਕ੍ਰੋਧ ਨਾਲ ਭਰਿਆ ਹੋਇਆ। ਕਹਿ ਕੋ ਬਾਕ ਉਪਾਵਹਿ ਤਰਾਸ। ਬੜੇ ਕੁਬਾਕ ਕੌੜੇ ਬੋਲ ਆਪ ਸ਼ਬਦ ਬੋਲ ਰਿਹਾ ਹੈ ਤੇ ਮਹਾਰਾਜ ਜੀ ਨੂੰ ਡਰਾਉਣਾ ਚਾਹੁੰਦਾ ਹੈ। ਤੂ ਕਰ ਕਹਿਬੇ ਕੋ ਫਲ ਜੋਈ। ਆਖਣ ਲੱਗਾ, ਦੇਖ ਲਿਆ ਨਾ ਜਿਹੜਾ ਮੈਨੂੰ ਕੁੱਤਾ ਕਿਹਾ ਸੀ। ਮਹਾਰਾਜ ਨੇ ਤੇ ਕਿਹਾ ਨਹੀਂ, ਇਹ ਬਾਰ-ਬਾਰ ਆਪੇ ਕਹੀ ਜਾਂਦਾ। ਵੇਖ ਲਿਆ ਨਾ ਮੇਰਾ ਕੁੱਤੇ ਦਾ ਫਲ ਕੀ ਹੈ, ਮੈਂ ਕਿੰਨਾ ਕੁ ਕੁੱਤਾ ਹੋ ਸਕਦਾ ਹਾਂ। ਲਹਿਓ ਕੇ ਨਹੀਂ ਬਤਾਵਹੁ ਸੋਈ। ਦੱਸੋ ਮੈਨੂੰ ਪਤਾ ਲੱਗਿਆ ਕਿ ਨਹੀਂ ਤੁਹਾਨੂੰ, ਮੈਨੂੰ ਕੁੱਤਾ ਕਹਿਣ ਦਾ ਕੀ ਫਲ ਮਿਲਿਆ ਹੈ। ਹਾਂਜੀ, ਅਬਲੋ ਕਹਾ ਸਾਸ ਨਾ ਬਣੀ। ਹੁਣ ਤੱਕ ਤੇ ਕੋਈ ਤਾੜਨਾ, ਕੋਈ ਸਜ਼ਾ ਮੈਂ ਦਿੱਤੀ ਨਹੀਂ ਹੈ। ਦੇਖੋ ਆਜ ਹੋਏ ਜਿਮ ਕਨੀ। ਹੁਣ ਅੱਗੇ ਅੱਗੇ ਦੇਖੋ ਮੈਂ ਕੀ ਕੀ ਯਾਤਨਾਵਾਂ ਦਿੰਦਾ, ਕੀ ਕੀ ਸਜ਼ਾਵਾਂ ਦਿੰਦਾ ਹਾਂ। ਹੋਤ ਨਹੀਂ ਮੈਂ ਮਿਥਿਆ ਬਾਦੀ। ਔਰ ਇਸ ਤਰ੍ਹਾਂ ਦੇ ਨਾਲ ਮੈਂ ਮਿਥਿਆ ਕਹਿਣ ਵਾਲਾ ਨਹੀਂ, ਜੋ ਮੈਂ ਕਹਿ ਰਿਹਾ ਹੋਵੇਗਾ। ਹਾਂਜੀ, ਦਿਓ ਅਤਗਮੀ ਕੋ ਦਿਓ ਅਸਵਾਦੀ। ਹੁਣ ਮੈਂ ਦੱਸਾਂਗਾ ਵੀ ਕਿੰਨੀ ਗਮੀ ਜਾਂ ਸ਼ਾਦੀ ਖੁਸ਼ੀ ਹੁੰਦੀ ਹੈ। ਤੁਹਾਨੂੰ ਦੁੱਖ ਮਿਲੇਗਾ, ਤੁਸੀਂ ਗਮ ਵਿੱਚ ਜਾਓਗੇ, ਮੈਨੂੰ ਖੁਸ਼ੀ ਹੋਵੇਗੀ। ਜਿਸ ਧਨ ਕੋ ਠਾਨਤ ਹੰਕਾਰ। ਔਰ ਜਿਹੜਾ ਧਨ ਪਾ ਕੇ ਤੁਸੀਂ ਹੰਕਾਰੀ ਹੋਏ, ਇਹ ਤੁਸੀਂ ਸ਼ਬਦ ਤਾਂ ਮੈਂ ਕਹਿ ਰਿਹਾ, ਇਹ ਥੋੜਾ ਕਹਿੰਦਾ ਹੋਵੇ। ਇਹ ਕੋਈ ਸੰਤ ਕਹਿ ਕੇ ਜਾਂ ਗੁਰੂ ਸਾਹਿਬ ਕਹਿ ਕੇ ਸਜ਼ਾ ਥੋੜੀ ਦੇ ਰਹੇ। ਇਹ ਤੇ ਪਤਾ ਨਹੀਂ ਕੀ ਕੀ ਲਾਂਛਨ ਲਾ ਰਿਹਾ ਹੋਵੇਗਾ। ਉਹ ਸਾਰੇ ਬੋਲ ਤਾਂ ਭਾਈ ਸਾਹਿਬ ਲਿਖ ਵੀ ਨਹੀਂ ਸਕਦੇ, ਕਿਉਂਕਿ ਜਦੋਂ ਕੋਈ ਕ੍ਰੋਧ ਵਿੱਚ ਹੁੰਦਾ ਹੈ ਨਾ, ਫਿਰ ਉਹਦੇ ਬੋਲ ਵੀ ਕ੍ਰੋਧੀ ਹੁੰਦੇ, ਉਹਦੇ ਬੋਲ ਵੀ ਅਤ ਨੀਵੇਂ ਦਰਜੇ ਦੇ ਹੁੰਦੇ ਹਨ। ਹਾਂਜੀ, ਸੋ ਸਭ ਜਪਤ ਕਰੋ ਘਰ ਬਾਰ। ਆਖਣ ਲੱਗਾ, ਜਿਹੜਾ ਧਨ ਪਾ ਕੇ ਲੋਕਾਂ ਕੋਲੋਂ ਮਿਲੀਆਂ ਹੋਈਆਂ ਭੇਟਾਵਾਂ ਚੜਾਵਾ ਲੈ ਕੇ ਹੰਕਾਰੀ ਹੋਏ ਹੋ, ਉਹ ਸਾਰਾ ਧਨ ਵੀ ਮੈਂ ਜ਼ਬਤ ਕਰ ਲਵਾਂ। ਮੈਂ ਉਹ ਧਨ ਤੁਹਾਡੇ ਪਰਿਵਾਰ ਕੋਲ ਨਹੀਂ ਰਹਿਣ ਦੇਵਾਂਗਾ। ਪ੍ਰਥਮ ਕਰੋ ਤੇਰੋ ਤਨ ਘਾਤ। ਪਹਿਲੇ ਮੈਂ ਤੁਹਾਡਾ ਤਨ ਖਤਮ ਕਰਾਂਗਾ, ਤੁਹਾਡੀ ਜ਼ਿੰਦਗੀ ਮੁਕਾਵਾਂਗਾ। ਹੁਣ ਗਹਿਵਾਏ ਲਿਹੋ ਤੁਬ ਤਾਤ। ਫਿਰ ਤੁਹਾਡੇ ਤੋਂ ਬਾਅਦ ਵੀ ਛੱਡਣਾ ਥੋੜੀ ਹੈ ਮੈਂ। ਜਿਸ ਆਪਣੇ ਪੁੱਤਰ ਦਾ ਰਿਸ਼ਤਾ ਨਾ ਕੀਤੀ ਹੈ ਮੈਨੂੰ, ਉਹਨੂੰ ਵੀ ਮੈਂ ਪਕੜ ਕੇ ਮੰਗਵਾ ਲਵਾਂਗਾ। ਨਾਤਾ ਮਾਨ ਹੈ ਕਰੂੰ ਖਲਾਸੀ। ਤੇ ਜੋ ਸਜ਼ਾਵਾਂ ਤੁਹਾਨੂੰ ਦੇ ਰਿਹਾ, ਇਸ ਤੋਂ ਭਿਆਨਕ ਸਜ਼ਾਵਾਂ ਤੁਹਾਡੇ ਪੁੱਤਰ ਨੂੰ ਦੇਵਾਂਗਾ। ਉਹ 5-7 ਸਾਲ 10-11 ਸਾਲ ਦਾ ਤੁਹਾਡਾ, ਜਿਹਨੂੰ ਲੋਕੀ ਸਾਹਿਬਜ਼ਾਦਾ ਕਹਿੰਦੇ, ਇਤਨੀਆਂ ਭਿਆਨਕ ਸਜ਼ਾਵਾਂ ਦੇਵਾਂਗਾ ਕਿ ਰੂਹ ਤੱਕ ਕੰਬ ਜਾਏਗੀ, ਫਿਰ ਪਤਾ ਲੱਗੇ। ਨਹੀਂ ਤਾਂ ਮੇਰੀ ਗੱਲ ਮੰਨ ਲਓ,
ਮੇਰਾ ਰਿਸ਼ਤਾ ਪ੍ਰਵਾਨ ਕਰ ਲਵੋ। ਨਾਹੇ ਤਾਹਤੋ ਕਾਲ ਗਰ ਫਾਸੀ। ਮੇਰਾ ਰਿਸ਼ਤਾ ਪ੍ਰਵਾਨ ਕਰੋ ਤੇ ਆਪਣੀ ਖਲਾਸੀ ਕਰਾਓ, ਨਹੀਂ ਤੇ ਫਿਰ ਮੈਂ ਗਲ ਫਾਹ ਪਾ ਕੇ ਮਾਰ ਦੇਵਾਂਗਾ। ਤਬ ਪ੍ਰਾਪਤ ਹੋਏ ਮਨ ਚਿਤ ਸ਼ਾਂਤੀ। ਫਿਰ ਮੇਰੇ ਮਨ ਨੂੰ, ਮੇਰੇ ਹਿਰਦੇ ਨੂੰ ਸ਼ਾਂਤੀ ਮਿਲੇਗੀ, ਨਹੀਂ ਤਾਂ ਮੇਰਾ ਹਿਰਦਾ ਸ਼ਾਂਤ ਨਹੀਂ ਹੋਣਾ। ਵਿਧਵਾ ਲਖੋ ਸੁਤਾ ਪਸਚਾਤੀ। ਮੈਂ ਤੇ ਤੁਹਾਨੂੰ ਮਾਰ ਕੇ, ਤੁਹਾਡੇ ਪੁੱਤਰ ਨੂੰ ਮਾਰ ਕੇ, ਤੁਹਾਡਾ ਘਰ-ਬਾਰ ਜ਼ਬਤ ਕਰਕੇ ਫਿਰ ਮੈਂ ਸਮਝਾਂਗਾ ਕਿ ਮੇਰੀ ਧੀ ਜਿਹੜੀ ਹੈ ਵਿਆਹਣ ਤੋਂ ਪਹਿਲਾਂ ਵਿਧਵਾ ਹੋ ਗਈ। ਪਹਿਲੇ ਨਹੀਂ ਸਮਝਾਂਗਾ, ਪਹਿਲੇ ਤੁਹਾਨੂੰ ਮਾਰਾਂਗਾ, ਫਿਰ ਤੁਹਾਡੇ ਪੁੱਤਰ ਨੂੰ ਮਾਰਾਂਗਾ, ਘਰ-ਬਾਰ ਜ਼ਬਤ ਕਰਾਂਗਾ, ਤੇ ਜਦੋਂ ਤੁਹਾਡਾ ਪੁੱਤਰ ਮਰ ਜਾਏਗਾ ਫਿਰ ਮੈਂ ਸਮਝ ਲਵਾਂਗਾ ਕਿ ਵਿਆਹਣ ਤੋਂ ਪਹਿਲਾਂ ਹੀ ਵਿਧਵਾ ਮੇਰੀ ਕੁੜੀ ਹੋ ਗਈ ਹੈ। ਹਿਮ ਕਹਿ ਭਾਠ ਵਿਖੈ ਤੇ ਬਾਰੂ। ਇਸ ਤਰ੍ਹਾਂ ਜਿਹੜਾ ਭੱਠ ਹੈ ਨਾ, ਉਸ ਤੋਂ ਰੇਤਾ ਮੰਗਵਾਏ। ਭੱਠ ਹੁੰਦਾ ਜਿੱਥੇ ਦਾਣੇ ਭੁੰਨਦੇ ਹਨ, ਤੇ ਜਿਹੜੇ ਭਠਿਆਰੇ ਦਾਣੇ ਭੁੰਨਦੇ ਨੇ ਉਹ ਦਾਣਿਆਂ ਨੂੰ ਸਵਾਦ ਕਰਨ ਲਈ ਵਿੱਚ ਨਮਕ ਵੀ ਮਿਲਾਉਂਦੇ। ਇਹਦਾ ਮਤਲਬ ਹੈ ਉਹ ਜਿਹੜਾ ਰੇਤਾ ਇਸਨੇ ਭੱਠੀ ਤੋਂ ਮੰਗਾਇਆ ਉਹ ਨਮਕ ਵਾਲਾ ਹੋਏਗਾ। ਤੇ ਸਾਲਿਆਂ ਤੇ ਅੱਗੇ ਸਾਲੇ ਬਣੇ ਹੋਏ ਨੇ ਸਰੀਰ ਤੇ ਹੋਰ ਨਮਕ ਮਿਲਿਆ ਰੇਤਾ ਪਾਉਣ ਨਾਲ ਹੋਰ ਜ਼ਿਆਦਾ ਕਸ਼ਟ ਹੋਵੇਗਾ। ਭਾਈ ਸਾਹਿਬ ਨੇ ਭਾਟ ਸ਼ਬਦ ਲਿਖਿਆ ਹੈ, ਇਮ ਕਹਿ ਭਾਟ ਵਿਖੈ ਤੇ ਬਾਰੂ। ਦਾਣੇ ਭੁੰਨਣ ਵਾਲੇ ਭੱਠ ਤੋਂ ਰੇਤਾ ਮੰਗਵਾਇਆ ਹੈ। ਮੰਗਵਾਇਸ ਤੇ ਕਰਹਿ ਨਿਹਾਰੂ। ਔਰ ਇਸ ਤਰ੍ਹਾਂ ਉਹਨੂੰ ਦੇਖਦਾ ਹੈ ਚੰਗੀ ਤਰ੍ਹਾਂ ਵੀ ਉਹਦੇ ਵਿੱਚ ਨਮਕ ਆਦਿਕ ਮਿਲਿਆ ਹੋਇਆ ਹੈ। ਤਪ ਤੇ ਕਰਨ ਕੀ ਆਇਸ ਦਈ। ਫਿਰ ਆਪਣੇ ਕਰਮਚਾਰੀਆਂ ਨੂੰ ਕਿਹਾ ਵੀ ਚੰਗੀ ਤਰ੍ਹਾਂ ਬਾਲਣ ਡਾਓ ਤੇ ਹੁਣ ਇਸ ਰੇਤ ਨੂੰ ਹੋਰ ਜ਼ਿਆਦਾ ਜਿਹੜਾ ਹੈ ਉਹਨੂੰ ਤਪਾਇਆ ਜਾਵੇ। ਹੋ ਸਕਦਾ ਕਿਸੇ ਕੜਾਏ ਵਿੱਚ ਪਵਾਇਆ ਹੋਵੇ ਜਾਂ ਬਲਦੀ ਭੱਠ ਵਿੱਚ ਪਵਾ ਕੇ ਤਪਾ ਰਿਹਾ ਹੋਵੇ। ਉਹ ਸਮਧਾ ਉਪਰ ਤਿਸ ਪਾਈ। ਬਹੁਤ ਸਾਰਾ ਬਾਲਣ ਪਾ ਕੇ ਉਸ ਦੇ ਉੱਪਰ ਰੇਤ ਨੂੰ ਤਪਾਇਆ ਗਿਆ। ਦੇ ਦੇ ਆਚ ਤਪਤ ਕਰਵਾਇਓ। ਬਹੁਤ ਅੱਗ ਬਾਲ ਕੇ ਉਸ ਰੇਤ ਨੂੰ ਸੜਦਾ ਹੋਇਆ ਕਰ ਲਿਆ। ਅਗਨ ਸਮਾਨ ਤੇਜ ਪ੍ਰਭਸਾਇਓ। ਬਸ ਉਹ ਅੱਗ ਦੇ ਬਰਾਬਰ ਹੀ ਉਹਦਾ ਸੇਕ ਹੋ ਗਿਆ, ਉਹਦੇ ਵਿੱਚੋਂ ਸੇਕ ਨਿਕਲਣ ਲੱਗ ਪਿਆ। ਇੱਕ ਜੇ ਸਠ ਕੀ ਰੁੱਤ ਅਤੇ ਕਾਮ। ਇੱਕ ਤਾਂ ਜੇਠ ਸੁਦੀ ਚੌਥ ਦੀ ਮਹਾਰਾਜ ਦੀ ਸ਼ਹਾਦਤ ਹੈ। ਇਹ ਇੱਕ ਅੱਧਾ 2 ਦਿਨ ਪਹਿਲਾਂ ਦੀ ਘਟਨਾ ਹੈ। ਔਰ ਇਸ ਢੰਗ ਨਾਲ ਇੱਕ ਤਾਂ ਜੇਠ ਦਾ ਮਹੀਨਾ ਤਪਦਾ। ਇਸੇ ਲਈ ਜਦ ਅਸੀਂ ਜੇਠ ਸੁਦੀ ਚੌਥ ਦਾ ਇਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਤੇ ਸੰਗਤਾਂ ਸ਼ਰਬਤ ਆਦਿਕ ਬਣਾ ਕੇ ਠੰਡਾ ਮਿੱਠਾ ਜਲ ਸੇਵਾ ਕਰਦੀਆਂ। ਇਸ ਠੰਡੇ ਮਿੱਠੇ ਜਲ ਦਾ ਪ੍ਰਯੋਜਨ ਸਿਰਫ ਇੰਨਾ ਹੀ ਹੈ ਕਿ ਇਹ ਆਈਆਂ ਹੋਈਆਂ ਸੰਗਤਾਂ ਨੂੰ ਗਰਮੀ ਨਾ ਮਹਿਸੂਸ ਹੋਵੇ ਤੇ ਉਹਨਾਂ ਦੀ ਸੇਵਾ ਕੀਤੀ ਜਾਏ। ਕਈ ਮੂਰਖਤਾ ਭਰੇ ਲੋਕ ਕਹਿੰਦੇ ਜੀ ਇਹਦੇ ਨਾਲ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਪਹੁੰਚਦੀ। ਇਹ ਨਹੀਂ ਹੈ। ਮਹਾਰਾਜ ਦੀ ਆਤਮਾ ਕਦੀ ਅਸ਼ਾਂਤ ਹੀ ਨਹੀਂ, ਉਹ ਬਲਦੀ ਹੋਈ ਲੋਹ ਤੇ ਵੀ ਸ਼ਾਂਤ ਨੇ। ਹਾਂ, ਇਹ ਸੰਗਤ ਦੀ ਸੇਵਾ ਹੈ ਜਾਂ ਇੱਕ ਪ੍ਰਤੀਕ ਹੈ ਕਿ ਇੰਨੀ ਤਪਦੀ ਹੋਈ ਲੋਹ ਤੇ ਤਪਦੀ ਹੋਈ ਰੇਤ ਵਿੱਚ, ਉਬਲਦੀ ਦੇਗ ਵਿੱਚ ਵੀ ਸਤਿਗੁਰੂ ਐਨੇ ਠੰਡੇ ਸੁਭਾਅ ਵਿੱਚ ਰਹੇ ਜਿਤਨਾ ਠੰਡਾ ਇਹ ਜਲ ਹੈਗਾ, ਤੇ ਇਤਨੇ ਮਿਠਾਸ ਵਿੱਚ ਰਹੇ ਜਿਤਨਾ ਮਿੱਠਾ ਇਹ ਜਲ ਹੈਗਾ। ਉਸ ਨਿਰੋਲ ਸੰਗਤ ਦੀ ਸੇਵਾ ਵਾਸਤੇ ਹੈ ਇਸ ਢੰਗ ਦੇ ਨਾਲ ਰੇਤ ਗਰਮ ਕਰਵਾਈ ਗਈ। ਮਹਾ ਤਪਤ ਤੇ ਤਪ ਹੈ ਤਮਾਮ। ਜੇਠ ਦਾ ਮਹੀਨਾ ਵੀ ਤਪ ਰਿਹਾ, ਗਰਮ ਤੱਤੀ ਲੋ ਹਵਾ ਵੀ ਗਰਮ ਵਗਦੀ ਪਈ, ਅੱਗ ਵੀ ਗਰਮ ਹੈ, ਰੇਤ ਵੀ ਗਰਮ ਹੈ, ਤੇ ਚੰਦੂ ਦਾ ਸੁਭਾਅ ਵੀ ਤੇ ਚੰਦਰਾ ਤਪਦਾ ਪਿਆ ਹੈ। ਲੋਵਾ ਚਲ ਹੈ ਸਹੀ ਨਹਿ ਜਾਹੇ। ਔਰ ਇਤਨੀ ਲੂ ਚਲਦੀ ਪਈ ਹੈ, ਗਰਮ ਹਵਾ ਚਲਦੀ ਪਈ ਹੈ ਕਿ ਤਨ ਉਸ ਨੂੰ ਸਹਿ ਨਹੀਂ ਪਾ ਰਿਹਾ। ਲੋਕ ਪਸ਼ੂ ਪੰਛੀ
ਝੁਲਸਦੇ ਪਏ ਹਨ। ਹੁਣ ਭਾਵਕ ਕੋ ਭਾਪ ਹੋਦਾਹੇ। ਤੇ ਫੇਰ ਉਸ ਤੋਂ ਬਾਅਦ ਅੱਗ ਵੀ ਬਾਲੀ ਹੈ, ਉਹ ਵੀ ਦਾਹੁੰਦੀ ਪਈ ਹੈ, ਸਾੜਦੀ ਪਈ ਹੈ। ਜਿਸ ਦਿਨ ਤੇ ਪਰਵਿਸੇ ਗੁਰਖਾਨੀ। ਜਿਸ ਦਿਨ ਤੋਂ ਮਹਾਰਾਜ ਗੁਰੂ ਅਰਜਨ ਦੇਵ ਜੀ ਇੱਥੇ ਆਏ ਹਨ, ਆਛਿਓ ਨਾ ਭੋਜਨ ਪੀਓ ਨਾ ਪਾਨੀ। ਨਾ ਭੋਜਨ ਕੀਤਾ, ਨਾ ਆਰਾਮ ਕੀਤਾ, ਤੇ ਨਾ ਜਲ ਪਾਨ ਕੀਤਾ ਹੈ। ਸਿਕਤਾ ਤਪਤ ਬਿਲੋਕਤ ਬੋਲਾ। ਔਰ ਇਸ ਤਰ੍ਹਾਂ ਤਪਦੀ ਹੋਈ ਰੇਤ ਨੂੰ ਦੇਖ ਕੇ ਇਹ ਚੰਦੂ ਬੋਲਿਆ ਹੈ, ਮਨੋ ਨਰਕ ਦਰ ਢਾਪਣ ਖੁੱਲਾ। ਉਹ ਰੇਤ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਨਰਕ ਦਾ ਦਰਵਾਜ਼ਾ ਖੋਲਿਆ ਹੋਵੇ। ਜਿਹੜਾ ਕੁੰਭੀ ਨਰਕ ਤਪਦਾ ਹੈ, ਅੱਗੇ ਦੋਜ਼ਖ ਤਪਿਆ ਸੁਣੀਏ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਨਰਕ ਦਾ, ਤਪਦੇ ਹੋਏ ਨਰਕ ਦਾ ਦਰਵਾਜ਼ਾ ਖੁੱਲ ਗਿਆ ਹੋਵੇ। ਲਿਆਵੋ ਬਹਿਰ ਦਿਖਾਏ ਬਿਠਾਇਓ। ਔਰ ਇਸ ਤਰ੍ਹਾਂ ਦੇ ਨਾਲ ਦੇਖਣ ਵਾਲਾ ਮਹਿਸੂਸ ਕਰ ਸਕਦਾ ਹੈ, ਆਪਾਂ ਸੁਣ ਕੇ ਵੀ ਮਹਿਸੂਸ ਕਰਦੇ ਹਾਂ। ਇਸ ਤਰ੍ਹਾਂ ਅੱਗ ਦੀਆਂ ਲਪਟਾਂ ਰੇਤ ਚੋਂ ਨਿਕਲਦੀਆਂ ਪਈਆਂ, ਇੰਜ ਲੱਗਦਾ ਹੈ ਜਿਵੇਂ ਹਜ਼ਾਰਾਂ ਡਿਗਰੀ ਟੈਂਪਰੇਚਰ ਦੇ ਬਲਦੇ ਹੋਏ ਨਰਕ ਦਾ ਦਰਵਾਜ਼ਾ ਖੋਲ ਦਿੱਤਾ। ਇਸ ਤਰ੍ਹਾਂ ਲੰਬ ਰੇਤ ਵਿੱਚੋਂ ਨਿਕਲਦੀ ਪਈ ਹੈ। ਨਹ ਜੇ ਕਰੈ ਤਰਾਸ ਉਪਜਾਵੋ। ਆਖਣ ਲੱਗਾ ਲਿਆਓ ਬਾਹਰ, ਦਿਖਾਓ ਤੇ ਬਿਠਾਓ ਰੇਤ ਦੇ ਉੱਤੇ, ਜੇ ਫਿਰ ਵੀ ਨਾ ਡਰੇ। ਹਾਂਜੀ, ਤਬ ਸਤਿਗੁਰ ਉਠ ਬਾਹਰ ਆਏ। ਨਾ ਜੇ ਕਰੈ ਤਰਾਸ ਉਪਜਾਵੋ, ਜਿਵੇਂ ਮਰਜ਼ੀ ਇਹਨਾਂ ਦੇ ਮਨ ਵਿੱਚ ਭੈ ਪੈਦਾ ਕਰ। ਇਹ ਸੁਣ ਕੇ ਸੱਚੇ ਪਾਤਸ਼ਾਹ ਜਿੱਥੇ ਬਿਠਾਏ ਹੋਏ ਸਨ ਉੱਥੋਂ ਬਾਹਰ, ਜਿੱਥੇ ਰੇਤ ਤਪਾਈ ਹੋਈ ਹੈ, ਮੁਸਕਰਾਉਂਦੇ ਹੋਏ ਪਹੁੰਚ ਰਹੇ। ਇੱਕ ਵਾਰੀ ਸਾਹਿਬ ਜੀ ਦੀ ਮੁਸਕਰਾਹਟ ਤੋਂ ਸਦਕੇ ਜਾਂਦਿਆਂ ਹੋਇਆ ਸਿਰ ਨਿਵਾਓ ਤੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦੋਂ ਬਹੁਤ ਗਰਮੀ ਲੱਗੇ ਨਾ, ਪੈਰ ਸੜਨ ਲੱਗਣ, ਤਪਦੀ ਹੋਈ ਅੱਗ ਵਰਸੇ, ਉਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਇਹ ਬਲਦੀ ਹੋਈ ਰੇਤ ਯਾਦ ਕਰ ਲਿਆ ਕਰੋ ਤੇ ਆਖਿਆ ਕਰੋ, ਹੇ ਗੁਰੂ ਅਰਜਨ ਦੇਵ ਮਹਾਰਾਜ, ਤੂੰ ਤਾਂ ਆਪਣੇ ਤਨ ਤੇ ਬਲਦੀ ਹੋਈ ਰੇਤ ਸਹਾਰੀ ਹੈ। ਇਹ ਗਰਮੀ, ਇਹ ਸੇਕ ਤੇਰੀ ਰੇਤ ਨਾਲੋਂ ਤੇ ਘੱਟ ਹੀ ਹੈਗਾ। ਔਰ ਜਿਹੜਾ ਬਲਦਾ ਹੋਇਆ ਗਰਮੀ ਦਾ ਮੌਸਮ ਹੈ ਨਾ, ਗਰਮ ਨਹੀਂ ਲੱਗੇ, ਕਰਕੇ ਦੇਖਣਾ, ਮਹਾਰਾਜ ਜੀ ਨੂੰ ਯਾਦ ਕਰਕੇ ਦੇਖਣਾ। ਹਾਂਜੀ, ਤਬ ਸਤਿਗੁਰ ਉਠ ਬਾਹਰ ਆਏ। ਮਹਾਰਾਜ ਰੇਤ ਦੇ ਬਲਦੇ ਹੋਏ ਟਿੱਲੇ ਕੋਲ ਆ ਗਏ ਹਨ। ਧਰਨੀ ਧੀਰਜ ਸਿਖਾਏ। ਜਿਨ੍ਹਾਂ ਨੇ ਧਰਤੀ ਨੂੰ ਧੀਰਜ ਸਿਖਾਈ ਹੋਈ, ਭਾਵ ਆਪ ਧੀਰਜ ਦੇ ਮਹਾਸਾਗਰ ਹਨ। ਜਿਉਂ ਮਹਾਰਾਜ ਜੀ ਦੇ ਬੋਲ ਨੇ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸੁਧਾ ਕਉ ਖੋਦੈ ਕਉ ਚੰਦਨ ਲੇਵ। ਇਸ ਤਰ੍ਹਾਂ ਮਾਨੋ ਧਰਤੀ ਨੂੰ ਧੀਰਜ ਜਿਨ੍ਹਾਂ ਨੇ ਸਿਖਾਈ ਹੈ, ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਹਰ ਰੇਤ ਕੋਲ ਆਏ ਹਨ। ਹਰ ਕੇ ਸੋਕ ਕੋ ਲੈ ਸੁਨਾਰੀ ਦੇ। ਦੁੱਖ ਸੁੱਖ ਦਾ ਲੇਸ ਜਿਨ੍ਹਾਂ ਦੇ ਹਿਰਦੇ ਤੇ ਨਹੀਂ ਹੈ। ਤਨ ਹੰਤਾ ਉਤਪਤ ਨਹਿ ਕਦੇ। ਕਦੇ ਹੰਕਾਰ ਜਿਨ੍ਹਾਂ ਦੇ ਮਨ ਵਿੱਚ ਨਹੀਂ ਆਇਆ, ਉਹ ਗੁਰੂ ਅਰਜਨ ਦੇਵ ਮਹਾਰਾਜ ਇਸ ਬਲਦੀ ਹੋਈ ਨਰਕ ਦੇ ਖੁੱਲੇ ਦਰਵਾਜ਼ੇ ਵਾਂਗੂ ਲੰਬ ਨਿਕਲਦੀ ਹੋਈ, ਲਪਟਾਂ ਛੱਡ ਰਹੀ ਰੇਤ ਦੇ ਕੋਲ ਆ ਪਹੁੰਚੇ। ਪਰ ਹੁਣ ਇਹ ਸਾਰੀ ਵਿਚਾਰ ਵਕਤ ਦਾ ਤਕਾਜ਼ਾ ਹੈ। ਕੱਲ ਆਪ ਜੀ ਦੇ ਨਜ਼ਰ ਕਰਾਂਗੇ, ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨਾਂ ਨੇ ਇਹ ਕੌਮ ਪ੍ਰਤੀ ਆਦੇਸ਼ ਕੀਤਾ ਹੋਇਆ ਬਈ ਕੋਈ ਵੱਡਾ ਸਮਾਗਮ ਨਹੀਂ ਕਰਨਾ ਜਿੰਨਾ ਚਿਰ ਅਗਲਾ ਆਦੇਸ਼ ਨਾ ਆਵੇ। ਉਸ ਆਦੇਸ਼ ਨੂੰ ਮੰਨਦਿਆਂ ਹੋਇਆਂ ਕੌਮ ਕੋਈ ਵੱਡਾ ਸਮਾਗਮ ਨਹੀਂ ਕਰ ਰਹੀ। ਪਹਿਲੇ ਅਸੀਂ ਖਾਲਸਾ ਪੰਥ ਦਾ ਸਾਜਨਾ ਦਿਵਸ ਨਹੀਂ ਮਨਾਇਆ, ਇਸ ਕਰਕੇ ਬਈ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਕਰੋਨਾ ਲਾਗ ਨਾ ਲੱਗ ਜਾਏ। ਹੁਣ ਵੀ ਜਿੰਨਾ ਚਿਰ ਕੌਮ ਨੂੰ ਪੰਜ ਸਿੰਘ ਸਾਹਿਬਾਨ ਦਾ ਆਦੇਸ਼ ਅਗਲਾ ਪ੍ਰਾਪਤ ਨਹੀਂ ਹੁੰਦਾ, ਕੋਈ ਵੀ ਵੱਡਾ ਸਮਾਗਮ ਨਹੀਂ ਕੀਤਾ ਜਾਣਾ। ਪਰ ਆਪਣੇ ਆਪਣੇ ਘਰਾਂ 'ਚ ਬੈਠ ਕੇ
ਤੁਸੀਂ ਇਹਨਾਂ ਦਿਨਾਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਓ, ਜਪਜੀ ਸਾਹਿਬ ਜੀ ਦੇ ਪਾਠ ਕਰ ਲਓ, ਇਹ ਪਟਨਾ ਸਾਹਿਬ ਤੋਂ ਕਥਾ ਸਰਵਣ ਕਰ ਲਓ। ਵੱਖ-ਵੱਖ ਗੁਰਦੁਆਰਿਆਂ ਵਿੱਚ ਸਿੰਬੋਲਿਕ ਰੂਪ ਵਿੱਚ ਸੰਕੇਤਕ ਸਮਾਗਮ ਹੀ ਹੋਣੇ ਨੇ। ਅਖੰਡ ਪਾਠ ਸਾਹਿਬ ਹੋ ਜਾਣਗੇ, ਸਹਿਜ ਪਾਠ ਸਾਹਿਬ ਹੋ ਜਾਣਗੇ, ਔਰ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਤੇ ਅਰਦਾਸ ਹੁਕਮਨਾਮਾ ਹੋਵੇ। ਪਰ ਐਸਾ ਨਾ ਸੋਚਣਾ ਵੀ ਜੇ ਸਿੱਖ ਵੱਡੇ ਇਕੱਠਾਂ ਵਿੱਚ ਨਹੀਂ ਆ ਰਹੇ, ਬਾਹਰ ਸ਼ਹੀਦੀ ਸਮਾਗਮ ਨਹੀਂ ਕਰ ਰਹੇ, ਤਾਂ ਆਪਣੇ ਘਰ ਬੈਠ ਕੇ ਵੀ ਗੁਰੂ ਨੂੰ ਯਾਦ ਨਹੀਂ ਕਰਨਗੇ। ਉਹੀ ਪ੍ਰੇਮ ਬਰਸੇਗਾ, ਉਹੀ ਗੁਰੂ ਦੀ ਯਾਦ, ਉਹੀ ਸਾਰੀ ਖੇਡ, ਉਹੀ ਗੁਰਬਾਣੀ ਤੇ ਕੁਰਬਾਨੀ ਦੀ ਯਾਦ ਨਾਲ ਸਾਡੇ ਹਿਰਦਿਆਂ ਨੂੰ ਮਹਾਰਾਜ ਸਕੂਨ ਪ੍ਰਦਾਨ ਕਰਨਗੇ। ਅਗਲੀ ਵਿਚਾਰ ਕੱਲ ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਨਾਲੇ ਪ੍ਰਾਰਥਨਾ ਕਰੀਏ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਪਟਨਾ ਸਾਹਿਬ ਤੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀਆਂ ਅਨੇਕਾਂ ਸੇਵਾਵਾਂ ਚੱਲ ਰਹੀਆਂ। ਸੰਗਤਾਂ ਮਾਇਆ ਭੇਜ ਰਹੀਆਂ ਨੇ, ਔਰ ਹੋਰ ਵੀ ਅਜੇ ਮਾਇਆ ਦੀ ਰਿਕੁਆਇਰਮੈਂਟ ਹੈ। ਇਸ ਲਈ ਵੀ ਪ੍ਰਾਰਥਨਾ ਹੈ ਆਪ ਸਭ ਨੂੰ ਕਿ ਜ਼ਰੂਰ ਵੱਧ ਤੋਂ ਵੱਧ ਆਪਣੀ ਮਾਇਆ ਸਫਲ ਕਰੋ ਤੇ ਜਗਤ ਨੂੰ ਦਿਖਾ ਦਿਓ ਕਿ ਸਿੱਖਾਂ ਨੇ ਕਿਸ ਤਰ੍ਹਾਂ ਦੇ ਨਾਲ, ਹਰ ਤਰ੍ਹਾਂ ਨਾਲ ਆਪਣਾ ਹਰ ਵੇਲੇ ਸਹਿਯੋਗ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕੀਤਾ ਹੈ। ਦੁਨੀਆ ਨੂੰ ਦਿਖਾ ਦਿਓ ਕਿ ਅਸੀਂ ਕਿਸੇ ਮੁਸੀਬਤ ਵੇਲੇ ਕਿਸ ਤਰ੍ਹਾਂ ਅੱਗੇ ਹੋ ਕੇ ਆਪਣੇ ਗੁਰੂ ਅਸਥਾਨਾਂ ਦੀ ਸੇਵਾ ਕਰਦੇ। ਮਹਾਰਾਜ ਮਿਹਰਾਂ ਕਰਨ। ਆਓ 1-2 ਮਿੰਟ ਬਚਿਆ ਹੈ, ਮਿਲ ਕੇ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।